ਬੰਧੋਂ ਕਰ ਅਨੁਰਾਗ। ਸ੍ਰੀ ਗੁਰੂ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕਾ ਬੰਧਨਾ ਸਿਰ ਚਰਨ ਪਰ ਧਾਰ। ਏਕ ਓੰਕਾਰ ਸਤਿਗੁਰੂ ਦੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਅਪਰ ਉਪਾਇ ਨ ਆਸ਼ਿਕਈ। ਉਪਜੈ ਤਿਸੀ ਦੇਸ਼ ਮਹਿ ਜਈ। ਅਪਰ ਉਪਾਇ ਨ ਆਸ਼ਿਕਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਅਤੇ ਨਿਵਾਜੀ ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਸਰੂਪ, ਗੁਰੂ ਖਾਲਸਾ ਸਾਧ ਸੰਗਤ ਜੀਓ, ਬਹੁਤ ਹੀ ਵਡਭਾਗੇ ਹੋ ਜੋ ਕਿ ਸੰਧਿਆ ਕਾਲ ਦੇ ਸਜੇ ਹੋਏ ਪਾਵਨ ਪਵਿੱਤਰ ਦਰਬਾਰਾਂ ਅੰਦਰ ਚੌਰ ਛਤਰ ਤਖਤ ਦੇ ਮਾਲਕ ਗੁਰਤਾ ਗੱਦੀ ਪਰ ਵਿਰਾਜਮਾਨ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀਆਂ ਪਾਵਨ ਪਵਿੱਤਰ ਹਾਜ਼ਰੀਆਂ ਭਰ ਰਹੇ ਹੋ। ਸਜੇ ਹੋਏ ਪਾਵਨ ਪਵਿੱਤਰ ਸੰਧਿਆ ਕਾਲ ਦੇ ਦੀਵਾਨਾਂ ਅੰਦਰ ਅੰਮ੍ਰਿਤ ਰੂਪ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਪਾਵਨ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਮਨੋਬਿਰਤੀਆਂ ਦੇ ਤਾਈ ਇਕਾਗਰ ਕਰਦਿਆਂ ਹੋਇਆਂ ਪਾਵਨ ਪਵਿੱਤਰ ਕਲਿਆਣਕਾਰੀ ਸਤਿਗੁਰਾਂ ਦਾ ਇਤਿਹਾਸ ਗੁਰੂ ਜਸ ਸਰਵਣ ਕਰ ਲਾਹ ਪ੍ਰਾਪਤ ਕਰਨ ਕਰੀਏ ਜੀ। ਸੋ ਕੱਲ ਦੇ ਦੀਵਾਨਾਂ ਅੰਦਰ ਆਪ ਗੁਰਸਿੱਖ ਸੰਗਤਾਂ ਪ੍ਰਸੰਗ ਸਰਵਣ ਕੀਤਾ ਕਿ ਕਾਮਰੂਪ ਦੇਸ਼ ਦਾ ਰਾਜਾ ਪਰਿਵਾਰ ਸਹਿਤ ਧੰਨ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਆਇਆ। ਜਥਾ ਸ਼ਕਤ ਭੇਟਾਵਾਂ ਰੱਖ ਆਪਣੀ ਅਰਜ਼ ਸਤਿਗੁਰਾਂ ਦੇ ਅੱਗੋਂ ਗੁਜ਼ਾਰੀ ਕਿ ਧੰਨ ਗੁਰੂ ਪਾਤਸ਼ਾਹ ਆਪ ਜੀ ਦਾ ਹੁਕਮ ਜੋ ਵੀ ਹੈ ਸਾਡੇ ਸਿਰ ਮਸਤਿਸ਼ਕ ਤੇ ਹੈ। ਅਸੀਂ ਆਪ ਜੀ ਦੇ ਸੇਵਕ ਹਾਂ, ਸਿੱਖ ਹਾਂ, ਪਰੰਤੂ ਇੱਕ ਬੇਨਤੀ ਹੈ ਕਿ ਸਾਨੂੰ ਹੁਣ ਤੁਰਕ ਔਰੰਗਜ਼ੇਬ ਦੇ ਅਧੀਨ ਨਾ ਕਰਿਓ। ਸਤਿਗੁਰੂ ਜੀ ਕਹਿਣ ਲੱਗੇ ਰਾਜਨ ਚਿੰਤਾ ਨਾ ਕਰੋ, ਗੁਰੂ ਕਿਰਪਾ ਕਰੇਗਾ ਤੇ ਸਭ ਭਲਾ ਹੀ ਹੋਵੇਗਾ। ਫਿਰ ਕਹਿਣ ਲੱਗਾ ਜੀ ਤੁਸੀਂ ਜੇ ਰਾਜੇ ਬਿਸ਼ਨ ਸਿੰਘ ਨਾਲ ਸੰਧੀ ਕਰਵਾਉਣਾ ਚਾਹੁੰਦੇ ਹੋ ਤੇ ਰਾਜੇ ਨੂੰ ਲੈ ਕੇ ਨਾਲੇ ਆਪਣੇ ਮੁਬਾਰਕ ਚਰਨ ਮੇਰੇ ਦੇਸ਼ ਵਿੱਚ ਪਾਓ ਤੇ ਬ੍ਰਹਮਪੁੱਤਰ ਦਰਿਆ ਨੂੰ ਲੰਘ ਕੇ ਮੇਰੇ ਦੇਸ਼ ਵਿੱਚ ਆਓ। ਸਤਿਗੁਰੂ ਜੀ ਪ੍ਰਸੰਨ ਹੋਏ ਤੇ ਕਹਿਣ ਲੱਗੇ ਇਸੇ ਤਰ੍ਹਾਂ ਕਰਾਂਗੇ। ਵਿਦਾ ਹੋ ਕੇ ਰਾਜਾ ਚਲਿਆ ਗਿਆ।
ਸਤਿਗੁਰਾਂ ਬਿਸ਼ਨ ਸਿੰਘ ਨੂੰ ਸੱਦਿਆ ਤੇ ਆਪਣੇ ਨਾਲ ਸੂਰਮੇ ਕਸ਼ਤਰੀਏ ਸੂਰਮੇ ਤਿਆਰ ਕੀਤੇ। ਬਿਸ਼ਨ ਸਿੰਘ ਨੇ ਤੇ ਸਤਿਗੁਰੂ ਜੀ ਬਿਸ਼ਨ ਸਿੰਘ ਦੇ ਸਹਿਤ ਬੇੜੀਆਂ ਤੇ ਸਵਾਰ ਇਹ ਜਿਹੜਾ ਬ੍ਰਹਮਪੁੱਤਰ ਦਰਿਆ ਇਸ ਨੂੰ ਲੰਘ ਕੇ ਪਾਰਲੇ ਕਿਨਾਰੇ ਤੇ ਪਹੁੰਚੇ। ਇਹ ਪ੍ਰਸੰਗ ਆਪਾਂ ਪਿਛਲੇ ਦੀਵਾਨਾਂ ਅੰਦਰ ਸਰਵਣ ਕਰ ਚੁੱਕੇ ਹਾਂ। ਅੱਗੋਂ ਪਾਵਨ ਕਥਾ ਦੀ ਆਰੰਭਤਾ ਹੋ ਰਹੀ ਹੈ। ਕਲਿਆਣਕਾਰੀ ਸਤਿਗੁਰਾਂ ਦਾ ਇਤਿਹਾਸ ਗੁਰੂ ਜਸ ਸਰਵਣ ਕਰ ਲਾਹ ਪ੍ਰਾਪਤ ਕਰਨ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਅਪਰ ਉਪਾਇ ਨ ਆਸ਼ਿਕੇ। ਫਿਰ ਪਹੁੰਚੇ ਪਾਰ ਜਾਏ ਕਰ ਜਬੈ। ਜਦੋਂ ਪਾਰਲੇ ਕਿਨਾਰੇ ਪਹੁੰਚਿਆ ਜਾ ਕੇ ਚੜ ਤਰੀਨ ਪਰ ਨੀਰ ਬਿਸਾਲੇ। ਸੁਣਿਓ ਕਾਮਰੂ ਪਤ ਨੇ ਤਬੈ। ਤੇ ਜਿਹੜਾ ਕਾਮਰੂਪ ਦੇਸ਼ ਦਾ ਰਾਜਾ ਹੈ ਉਸ ਰਾਜੇ ਨੇ ਸੁਣਿਆ ਕਿ ਸਤਿਗੁਰੂ ਜੀ ਬਿਸ਼ਨ ਸਿੰਘ ਸੰਯੁਗਤ ਆ ਗਏ ਹੈ। ਕੁਛ ਤੁਰੰਗ ਅਰ ਪਾਰ ਜਾਏ ਕਰ। ਕੁਛ ਤਰੰਗ ਅਰ ਬਸਤਰ ਬਿਸਾਲੇ। ਕੁਝ ਘੋੜੇ ਅਤੇ ਕੁਝ ਬਸਤਰ ਜਿਹੜੇ ਹੈ ਵਿਸਾਲ ਨਾਮ ਬਹੁਤ। ਦਰਬ ਲਾਇਓ ਕੇਤਕ ਸੰਗ ਚਾਲੇ। ਅਤੇ ਦਰਬ ਧਨ ਨਾਲ ਲੈ ਕੇ ਕਾਮਰੂਪ ਦੇਸ਼ ਰਾਜਾ ਜਿਹੜਾ ਉਹ ਸਤਿਗੁਰਾਂ ਦੇ ਅਦਭੁਤ ਅੱਗੋਂ ਚੱਲ ਕੇ ਆਇਆ। ਅਪਰ ਉਪਾਇ ਨ ਆਸ਼ਿਕੇ। ਹੋਰ ਵੀ ਬਹੁਤ ਸੋਹਣੀਆਂ ਸੋਹਣੀਆਂ ਚੰਗੀਆਂ ਚੰਗੀਆਂ ਭੇਟਾਵਾਂ ਉਪਜਹ ਤਿਸੀ ਦੇਸ਼ ਮਹਿ ਜਈ। ਜਿਹੜੀਆਂ ਕਾਮਰੂਪ ਦੇਸ਼ ਵਿੱਚ ਹੀ ਪੈਦਾ ਹੁੰਦੀਆਂ ਅਜਿਹੀਆਂ ਸੁੰਦਰ ਸੋਹਣੀਆਂ ਕੀਮਤੀ ਭੇਟਾਵਾਂ ਲੈ ਕੇ ਸਤਿਗੁਰਾਂ ਵੱਲ ਆਇਆ ਹੈ। ਆਏ ਮਿਲਿਓ ਭੂਪਤ ਕੇ ਸਾਥ। ਆ ਕੇ ਤੇ ਭੂਪਤ ਬਿਸ਼ਨ ਸਿੰਘ ਰਾਜੇ ਦੇ ਨਾਲ ਕਾਮਰੂਪ ਦੇਸ਼ ਦਾ ਰਾਜਾ ਮਿਲਿਆ। ਦੁਹਨ ਬੀਚ ਬੈਠੇ ਗੁਰਨਾਥ। ਤੇ ਦੋਵਾਂ ਦੇ ਵਿੱਚ ਨਾਥ ਸੁਆਮੀ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਬੈਠ ਗਏ। ਬਿਸ਼ਨ ਸਿੰਘ ਤੇ ਕਾਮਰੂਪਤੀ ਦੇ ਵਿੱਚ ਪਾਤਸ਼ਾਹ ਸਤਿਗੁਰੂ ਜੀ ਸਜ ਗਏ ਹੈ। ਲੈਨ ਦੇਨ ਜੇਤਕ ਮਨ ਭਾਇਓ। ਜਿੰਨਾ ਕੁ ਦੋਵਾਂ ਰਾਜਿਆਂ ਦੇ ਮਨ ਨੂੰ ਭਾਇਆ ਉਹਨਾਂ ਕੁ ਲੈਣ ਦੇਣ ਕੀਤਾ ਹੈ। ਸ੍ਰੀ ਪ੍ਰਭ ਦੋਨੋਂ ਤੇ ਕਰਵਾਇਓ। ਸਤਿਗੁਰਾਂ ਕਹਿ ਕੇ ਦੋਵਾਂ ਤੋਂ ਕਰਵਾਇਆ। ਬਿਸ਼ਨ ਸਿੰਘ ਨੇ ਕਾਮਰੂਪਤ ਦਾ ਅਦਬ ਸਤਿਕਾਰ ਕਰਦਿਆਂ ਉਸ ਨੂੰ ਨਜ਼ਰਾਨੇ ਭੇਟਾਵਾਂ ਦਿੱਤੀਆਂ ਤੇ ਕਾਮਰੂਪਤੀ ਨੇ ਬਿਸ਼ਨ ਸਿੰਘ ਦਾ ਅਦਬ ਸਤਿਕਾਰ ਰੱਖਦਿਆਂ ਲਿਆਂਦੀਆਂ ਭੇਟਾਵਾਂ ਬਿਸ਼ਨ ਸਿੰਘ ਨੂੰ ਦਿੱਤੀਆਂ। ਭਾਈ ਮਿੱਤਰਤਾ ਆਪਸ ਮਾਹੀ। ਤਾਂ ਦੋਨਾਂ ਰਾਜਿਆਂ ਦੇ ਵਿੱਚ ਆਪਸੀ ਮਿੱਤਰਤਾ ਹੋ ਗਈ ਹੈ, ਮੈਤਰੀ ਹੋ ਗਈ ਹੈ। ਵਧਿਓ ਪ੍ਰੇਮ ਰਸ ਔਰ ਹਰ ਖਾਹੀ। ਦੋਵਾਂ ਦੇ ਵਿਚਕਾਰ ਪ੍ਰੇਮ ਰਸ ਵਧਿਆ ਤੇ ਦੋਵਾਂ ਦੇ ਮਨ ਨੂੰ ਬੜੀ ਖੁਸ਼ੀ ਹੈ, ਬੜੀ ਪ੍ਰਸੰਨਤਾ ਹੈ। ਆਪਸ ਮਹਿ ਪਲਟੀ ਦਸਤਾਰ। ਇਹ ਦੋਨਾਂ ਨੇ ਆਪਸ ਦੇ ਵਿੱਚ ਦਸਤਾਰਾਂ ਜਿਹੜੀਆਂ ਉਹ ਪਲਟ ਨਾਮ ਬਦਲ ਲਈਆਂ। ਦੋਨਾਂ ਨੇ ਆਪਣੀਆਂ ਦਸਤਾਰਾਂ ਪੱਗਾਂ ਜਿਹੜੀਆਂ ਉਹ ਵੱਟ ਲਈਆਂ। ਭਾਵ ਉਹਨੇ ਉਹਦੀ ਤੇ ਉਹਨੇ ਉਹਦੀ ਦਸਤਾਰ ਲੈ ਲਈ ਹੈ।
ਮਿਲੇ ਅੰਕ ਭਰ ਪੂਜਾ ਪਸਾਰ। ਆਪਣੀਆਂ ਭੁਜਾਵਾਂ ਬਾਹਾਂ ਪਸਾਰ ਕੇ ਤੇ ਅੰਕ ਗਲਵਕੜੀ ਭਰ ਕੇ ਮਿਲੇ ਐ। ਭਨਤ ਪਰਸ ਪਰ ਮਧੁਰੇ ਬੈਨ। ਤੇ ਪਰਸਪਰ ਆਪਸ ਦੇ ਵਿੱਚ ਬੜੇ ਮਧੁਰ, ਆਪਸ ਦੇ ਵਿੱਚ ਬੜੇ ਮਿੱਠੇ ਬੈਨ, ਮਿੱਠੇ ਬੋਲ ਬੋਲਦੇ ਐ। ਹਰਖਤ ਪਿਖਤ ਸਮੁਖ ਕਰ ਨੈਣ। ਤੇ ਨੇਤਰ ਸਾਹਮਣੇ ਕਰਕੇ ਇੱਕ ਦੂਜੇ ਦੇ ਪ੍ਰਤੀ ਬੜੀ ਖੁਸ਼ੀ ਤੇ ਬੜੀ ਪ੍ਰਸੰਨਤਾ ਦੇ ਨਾਲ ਵੇਖ ਰਹੇ ਐ। ਦੇਸ਼ ਕਾਮਰੂ ਕੇਰਾ ਨਰੇਸ਼। ਜਿਹੜਾ ਕਾਮਰੂ ਦੇਸ਼ ਦਾ ਰਾਜਾ ਹੈ, ਸਤਿਗੁਰ ਸੋ ਕਹਿ ਬਿਨੈ ਵਿਸ਼ੇਸ਼। ਉਹਨੇ ਸਤਿਗੁਰਾਂ ਦੇ ਅੱਗੋਂ ਬਹੁਤ ਵਾਰ ਸਿਮਰ ਬੇਨਤੀ ਕਰਕੇ ਉਹ ਇੱਕ ਚਿੰਨ ਆਪ ਅਬ ਦੀਜੈ। ਕਿਹਾ ਸਤਿਗੁਰੂ ਜੀ ਕਿਰਪਾ ਕਰੋ ਤੇ ਕੋਈ ਇੱਕ ਚਿੰਨ, ਕੋਈ ਨਿਸ਼ਾਨੀ ਦੇਣਾ ਕਰੋ। ਹਮ ਪਰ ਕਰਨਾ ਧਾਰ ਪ੍ਰਸੀਜੈ। ਕਿਰਪਾ ਦ੍ਰਿਸ਼ਟੀ ਧਾਰਨ ਕਰਦੇ ਹੋਏ ਸਾਡੇ ਤੇ ਪ੍ਰਸੀਜੋ, ਪ੍ਰਸੰਨ ਹੋਵੋ, ਸਾਡੇ ਤੇ ਕਿਰਪਾ ਕਰੋ ਤੇ ਕੋਈ ਨਿਸ਼ਾਨੀ, ਕੋਈ ਚਿੰਨ ਦਿਓ। ਭਾਗ ਕੀ ਪਨਹੀ ਕਹਿ ਹਮ ਦੇਹੋ। ਜਾਂ ਫਿਰ ਸਾਨੂੰ ਆਪਣੇ ਚਰਨਾਂ ਦੀ ਪਨਹੀ, ਚਰਨਾਂ ਦਾ ਜੋੜਾ ਹੀ ਸਾਨੂੰ ਦੇ ਦਿਓ। ਸਕਲ ਦੇਸ਼ ਪੂਜਹਿ ਗੋ ਇਹੋ। ਤੇ ਆਪ ਜੀ ਦੇ ਪਾਵਨ ਚਰਨਾਂ ਕਵਲਾਂ ਦੇ ਜੋੜੇ ਨੂੰ ਇਹ ਕਾਮਰੂ ਸਾਰਾ ਦੇਸ਼ ਜਿਹੜਾ ਇਹ ਪੂਜੇਗਾ। ਅਪਰ ਵਸਤ ਕੈ ਦੇਹੋ ਇਸ ਦੇਸ਼। ਜਾਂ ਫਿਰ ਕੋਈ ਅਪਰ ਹੋਰ ਵਸਤੂ ਜਿਹੜੀ ਹੈ ਤੁਹਾਨੂੰ ਪਾਉਂਦੀ ਹੋਵੇ, ਉਹ ਕਿਰਪਾ ਕਰਕੇ ਦੇ ਦਿਓ। ਜਿਸ ਤੇ ਸ਼ਰਧਾ ਧਰਹਿ ਵਿਸ਼ੇਸ਼। ਜਿਸ ਦੇ ਪ੍ਰਤੀ ਵਿਸ਼ੇਸ਼ ਕਰਕੇ ਮਨ ਵਿੱਚ ਸ਼ਰਧਾ ਬਣੇ ਤੇ ਸਾਰੀ ਸੰਗਤ, ਸਾਰੀ ਸਿੱਖ ਉਮਤ ਜਿਸ ਦੇ ਪ੍ਰਤੀ ਸ਼ਰਧਾਵਾਨ ਹੋਵੇ। ਇਮ ਰਾਜਾ ਕੋ ਪ੍ਰੇਮ ਪਰੇਖਾ। ਕਾਮਰੂ ਰਾਜੇ ਦੇ ਹਿਰਦੇ ਦੇ ਪ੍ਰੇਮ ਨੂੰ ਸਤਿਗੁਰਾਂ ਨੇ ਪਰਖਿਆ ਹੈ। ਰਾਜੇ ਦੇ ਪ੍ਰੇਮ ਨੂੰ ਸਤਿਗੁਰਾਂ ਨੇ ਵੇਖਿਆ ਹੈ। ਕਿਰਪਾ ਦ੍ਰਿਸ਼ਟ ਤੇ ਤਿਸ ਕੋ ਦੇਖਾ। ਤੇ ਕਿਰਪਾ ਦ੍ਰਿਸ਼ਟੀ ਧਾਰਨ ਕਰਦਿਆਂ ਹੋਇਆ ਕਾਮਰੂ ਨਰੇਸ਼ ਨੂੰ ਵੇਖਿਆ, ਭਾਵ ਉਹਦੇ ਵੱਲ ਤੱਕਿਆ। ਸ੍ਰੀ ਗੁਰ ਆਪਨੋ ਧਨਖੋ ਸੰਭਾਰਾ। ਤਾਂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਨੇ ਆਪਣਾ ਧਨਖ ਸੰਭਾਲਿਆ, ਧਨਖ ਪਕੜਿਆ। ਤਰਕਸ਼ ਤੇ ਇੱਕ ਬਾਣ ਨਿਕਾਰਾ। ਤੇ ਤਰਕਸ਼ ਭੱਥੇ ਦੇ ਵਿੱਚੋਂ ਇੱਕ ਬਾਣ, ਇੱਕ ਤੀਰ ਕੱਢਿਆ। ਧਰ ਕੈ ਜੀਹ ਕਾਨ ਲਗ ਤਾਨਾ। ਤੇ ਤੀਰ ਦੀ ਬਾਂਗਰ ਨੂੰ ਜੀਹ ਨਾਮ ਚਿੱਲੇ ਵਿੱਚ ਰੱਖ ਕੇ ਤੇ ਧਨਖ ਦੀ ਪ੍ਰਤਿਅੰਚਾ ਨੂੰ ਕੰਨ ਤੱਕ ਤਾਣਿਆ, ਖਿੱਚਿਆ। ਦੇਖਿਓ ਸਨਮੁਖ ਬਿਟਪ ਨਿਸ਼ਾਨਾ। ਤੇ ਸਾਹਮਣੇ ਸਤਿਗੁਰਾਂ ਨੇ ਇੱਕ ਬਿਟਪ, ਇੱਕ ਦਰਖਤ ਵੇਖਿਆ ਤੇ ਉਹਦਾ ਨਿਸ਼ਾਨਾ ਸਾਧਿਆ। ਤਿਸ ਕੋ ਤਾਕ ਧਨਖ ਤੇ ਤਿਆਗਿਓ। ਜਦੋਂ ਉਸ ਨੂੰ ਤੱਕ ਕੇ ਧਨਖ ਦੇ ਵਿੱਚੋਂ ਤੀਰ ਨੂੰ ਤਿਆਗਿਆ ਹੈ, ਤੀਰ ਨੂੰ ਛੱਡਿਆ ਹੈ, ਤੀਰ ਚਲਾਇਆ। ਵੱਡੇ ਬੇਗ ਤੇ ਤਰਵਰ ਲਾਗਿਓ। ਬਹੁਤ ਬੇਗ ਰਫ਼ਤਾਰ ਨਾਲ ਉਹ ਤੀਰ ਦਰਖਤ ਦੇ ਜਾ ਕੇ ਲੱਗਾ, ਦਰਖਤ ਦੇ ਜਾ ਕੇ ਵੱਜਾ। ਭਲਕਾ ਭਈ ਪਾਰ ਇਮ ਗਇਓ। ਤੇ ਇਸ ਤਰ੍ਹਾਂ ਤੀਰ ਗਿਆ ਤੇਜ਼ ਰਫ਼ਤਾਰ ਨਾਲ ਕਿ ਦਰਖਤ ਦੇ ਵਿੱਚੋਂ ਦੀ ਲੰਘ ਕੇ ਜਿਹੜੀ ਤੀਰ ਦੀ ਭਲਕਾ ਹੈ
ਤੀਰ ਦੀ ਮੁਖੀ ਹੈ ਉਹ ਦਰਖਤ ਦੇ ਪਾਰਲੇ ਕਿਨਾਰੇ ਨਿਕਲ ਗਈ ਹੈ। ਦੋਹੇ ਦੇਸ਼ ਤਨਕ ਤਨਕ ਦੇਖ ਪਾਇਓ। ਦੋਨੋਂ ਹੀ ਤਰਫ ਥੋੜਾ ਥੋੜਾ ਦਿਸਦਾ, ਜਿੱਧਰੋਂ ਤੀਰ ਲੰਘਿਆ ਉਧਰ ਤੀਰ ਦੀ ਬਾਂਗਰ ਬਾਹਰ ਹੈ, ਤੇ ਜਿੱਧਰ ਦੀ ਬਾਹਰ ਲੰਘਿਆ ਉਧਰ ਤੀਰ ਦੀ ਮੁਖੀ ਬਾਹਰ ਹੈ। ਸਤਿਗੁਰ ਕਹਿਓ ਚਿੰਨ ਇਹ ਥਾਨ। ਸਤਿਗੁਰੂ ਜੀ ਕਹਿਣ ਲੱਗੇ ਸਥਾਨ ਹੀ ਜਿਹੜਾ ਹੈ ਇਹ ਸਾਡਾ ਚਿੰਨ ਹੈ। ਪੂਜਹਿ ਸਗਰੇ ਸ਼ਰਧਾ ਠਾਨ। ਸਾਰੇ ਮਨ ਦੇ ਵਿੱਚ ਸ਼ਰਧਾ ਧਾਰਨ ਕਰਕੇ, ਮਨ ਦੇ ਵਿੱਚ ਗੁਰ ਚਰਨਾਂ ਕਮਲਾਂ ਦਾ ਪ੍ਰੇਮ ਧਾਰਨ ਕਰਕੇ ਇੱਥੇ ਆ ਕੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦਾ ਧਿਆਨ ਲਾ ਕੇ ਜਿਹੜਾ ਇੱਥੇ ਪੂਜਨ ਕਰਿਆ ਕਰੇਗਾ। ਬਿਗਨ ਦੇਸ਼ ਮਹਿ ਜੇ ਹੋਏ ਜਾਵੇ। ਜੇ ਸਮੁੱਚੇ ਦੇਸ਼ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਵਿਘਨ ਪੈ ਜਾਵੇ, ਇਸ ਕਉ ਮਨਹੁ ਤੁਰਤ ਮਿਟਾਵੇ। ਇੱਥੇ ਆ ਕੇ ਤੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦਾ ਧਿਆਨ ਲਾ ਕੇ ਪੂਜਨ ਕਰਨਾ, ਤੇ ਤੁਹਾਡੇ ਸਾਰੇ ਵਿਘਨ ਜਿਹੜੇ ਆ ਉਹ ਮਿਟ ਜਾਇਆ ਕਰਨਗੇ, ਵਿਘਨ ਸਾਰੇ ਨਾਸ ਹੋ ਜਾਇਆ ਕਰਨਗੇ। ਜੋ ਬਾਸ਼ਾ ਹੈ ਫਲ ਕਿਸ ਬਿਦ ਕੋਏ। ਕਿਸੇ ਵੀ ਤਰ੍ਹਾਂ ਦਾ ਕੋਈ ਵੀ ਇੱਥੇ ਆ ਕੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦਾ ਧਿਆਨ ਧਾਰਨ ਕਰਕੇ ਤੇ ਮੰਗਿਆ ਕਰੇਗਾ, ਮਨੋ ਵਾਂਛਿਤ ਮਨੋ ਇੱਛਤ ਵਰ। ਇਸ ਪੂਜਾ ਹੈ ਸੋ ਪ੍ਰਾਪਤ ਹੋਏ। ਤੇ ਇੱਥੇ ਆ ਕੇ ਗੁਰੂ ਚਰਨਾਂ ਕਮਲਾਂ ਦੀ ਪੂਜਾ ਕਰਿਆ ਕਰੇਗਾ, ਤੇ ਉਸ ਨੂੰ ਮਨੋ ਵਾਂਛਿਤ ਜਿਹੜੀ ਫਲ ਦੀ ਪ੍ਰਾਪਤੀ ਉਹ ਹੋਇਆ ਕਰੇਗੀ। ਮਨ ਚਾਹੇ ਫਲ ਉਸ ਨੂੰ ਮਿਲਿਆ ਕਰਨਗੇ। ਦਿਵਸ ਆਜ ਕੇ ਕੀਜਹਿ ਮੇਲਾ। ਤੇ ਅੱਜ ਦੇ ਦਿਨ ਰਾਜਨ ਇੱਥੇ ਸੰਗਤ ਦਾ ਮੇਲ, ਸੰਗਤ ਦਾ ਇਕੱਠ ਕਰਿਆ ਕਰੋ, ਇੱਥੇ ਮੇਲਾ ਲਾਇਆ ਕਰੋ। ਸਕਲ ਦੇਸ਼ ਨਰ ਕਰਹੁ ਸਕੇਲਾ। ਤੇ ਸਾਰੇ ਦੇਸ਼ ਦੇ ਨਰ ਮਨੁੱਖ ਜਿਹੜੇ ਹੈ ਉਹ ਸਕੇਲਾ ਨਾਮ ਇਕੱਤਰਿਤ ਕਰਿਆ ਕਰੋ। ਭਾਵ ਇਸ ਦਿਨ ਇੱਥੇ ਮੇਲੇ ਵਿੱਚ ਸਾਰੇ ਲੋਕੀ ਇਕੱਤਰਿਤ ਹੋਇਆ ਕਰੋ। ਮਨਹੁ ਮਹਾ ਮਹਾਤਮ ਪਾਵਹੁ। ਤੇ ਮਨ ਇਸ ਅਸਥਾਨ ਤੇ ਆ ਕੇ ਸੰਗਤ ਰੂਪ ਦੇ ਵਿੱਚ ਇਕੱਤਰਤ ਹੋ ਕੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਨੂੰ ਮਨਾਇਆ ਕਰੋ, ਪੂਜਿਆ ਕਰੋ। ਤੇ ਜਦੋਂ ਮੰਨੋਗੇ, ਭਾਵ ਮੰਨੋਗੇ, ਇੱਥੇ ਆ ਕੇ ਇਕੱਤਰਤ ਹੋ ਕੇ ਸੰਗਤ ਰੂਪ ਦੇ ਵਿੱਚ, ਤੇ ਫਿਰ ਮਨ ਚਾਹੇ ਫਲ ਤੁਸੀਂ ਪ੍ਰਾਪਤ ਕਰ ਲਿਆ ਕਰੋਗੇ। ਮਹਾਤਮ ਭਾਵ ਬੜਾ ਵੱਡਾ ਮਹਾਤਮ ਨਾਮ ਫਲ ਪ੍ਰਾਪਤ ਹੋਇਆ ਕਰੇਗਾ। ਧੂਪ ਦੀਪ ਨੈਵੇਦ ਚੜਾਵਹੁ। ਫਿਰ ਧੂਪ ਤੁਖਾਇਆ ਕਰੋ, ਨੈਵੇਦ ਆਦ ਸਮਗਰੀ ਸੰਗਤ ਦੇ ਵਿੱਚ ਇੱਥੇ ਵਰਤਾਇਆ ਕਰੋ। ਸੁਨ ਸ਼ਰਤਾ ਧਰ ਭੂਪਤ ਠਾਨੇ। ਸੁਣ ਕੇ ਸਤਿਗੁਰਾਂ ਦੇ ਬਚਨ ਤੇ ਕਾਮਰੂਦ ਨਰੇਸ਼ ਦੇ ਮਨ ਦੇ ਵਿੱਚ ਸ਼ਰਧਾ ਉਤਪੰਨ ਹੋਈ। ਬਿਪਰ ਬਿਠਾਰਿਓ ਕਰ ਇਸ ਥਾਨੇ। ਤੇ ਬ੍ਰਹਮਨ ਨੂੰ ਬਿਠਾ ਲਿਆ ਕਰ ਇਸ ਥਾਨੀ। ਅਥਵਾ ਬਿਪਰ ਨਾਮ ਹੈ, ਬਿਪਰ ਬ੍ਰਾਹਮਣ ਅਥਵਾ ਇੱਥੇ ਸਿੱਖ ਨੂੰ ਕੀ ਹੈ ਕਿ ਕੋਈ ਸਿੱਖ ਨੂੰ ਇੱਥੇ ਸੇਵਾ ਵਾਸਤੇ ਨਿਯੁਕਤ ਕਰ ਦਿੱਤਾ ਗਿਆ ਸਤਿਗੁਰਾਂ ਵੱਲੋਂ ਕਿ ਭਾਈ ਇੱਥੇ ਧਰਮਸ਼ਾਲਾ ਵੀ ਬਣੇ, ਧਰਮਸ਼ਾਲਾ ਦੇ ਵਿੱਚ ਗੁਰਸਿੱਖ ਰਹੇ, ਜਿਹੜਾ ਆਉਣ ਜਾਣ ਵਾਲੀ ਸੰਗਤ ਦੇ ਹਰ ਤਰ੍ਹਾਂ ਦੇ ਨਾਲ ਖਿਆਲ ਦਿਆ ਕਰੇ, ਜਲ ਪਾਣੀ ਛਕਾਉਣਾ, ਸੰਗਤ ਦੀ ਸੇਵਾ ਕਰਨੀ ਇਤਿਆਦ, ਐਸੀ ਹਰ ਤਰ੍ਹਾਂ ਦੀ ਉਹ ਸੇਵਾ ਸੰਭਾਲ ਸਕੇ।
ਸਤਿਗੁਰਾਂ ਇੱਕ ਸਿੱਖ ਨੂੰ ਇੱਥੇ ਸੇਵਾ ਹੇਤੂ ਸੰਗਤ ਦੀ ਸੇਵਾ ਵਾਸਤੇ ਨਿਯੁਕਤ ਕੀਤਾ। ਨਿਤ ਪੰਚਾਮ੍ਰਿਤ ਕੋ ਕਰਵਾਏ। ਕੀਤਾ ਕਿ ਰੋਜ਼ ਇੱਥੇ ਸਤ ਸੰਗਤ ਹੋਵੇ, ਨਾਲੇ ਪੰਚਾਮ੍ਰਿਤ ਕੜਾ ਪ੍ਰਸ਼ਾਦੀ ਦੇਗ ਵੀ ਰੋਜ਼ ਤਿਆਰ ਹੋਵੇ। ਅਨਹਿ ਤਹਾਂ ਦੇਹ ਵਰਤਾਏ। ਤੇ ਫਿਰ ਇੱਥੇ ਸੰਗਤ ਦੇ ਵਿੱਚ ਲਿਆ ਕੇ ਗੁਰੂ ਨਾਨਕ ਦੇਵ ਜੀ ਦੇ ਅੱਗੋਂ ਅਰਪਣ ਕਰਕੇ ਤੇ ਸੰਗਤ ਦੇ ਵਿੱਚ ਕੜਾ ਪ੍ਰਸ਼ਾਦੀ ਦੇਗ ਵਰਤਾਵੇ। ਸਰਬ ਭਾਂਤ ਕੀ ਪੂਜਾ ਕਰਾਏ। ਤੇ ਸਭ ਤਰ੍ਹਾਂ ਦੀ ਇੱਥੇ ਆ ਕੇ ਤੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦਾ ਧਿਆਨ ਧਾਰਨ ਕਰਕੇ ਪੂਜਾ ਕਰਿਆ ਕਰੇ। ਮਨ ਬਾਸ਼ਤ ਤਹ ਤੇ ਫਲ ਪਾਏ। ਫਿਰ ਉਹ ਇਥੋਂ ਮਨੋ ਬਾਂਛਿਤ ਫਲ ਪਾ ਲਿਆ ਕਰੇਗਾ। ਜਿਹੜਾ ਇਸ ਤਰ੍ਹਾਂ ਭਾਵਨਾ ਸੰਯੁਕਤ ਆ ਕੇ ਤੇ ਇੱਥੇ ਪੂਜਨ ਕਰੇਗਾ, ਉਹ ਮਨੋ ਚਾਹੇ ਫਲ ਪ੍ਰਾਪਤ ਕਰ ਲਵੇਗਾ। ਇਮ ਸਤਿਗੁਰ ਨਿਰਪ ਦਉ ਮਿਲਾਏ। ਇਸ ਤਰ੍ਹਾਂ ਧੰਨ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਨੇ ਦੋਨੋਂ ਹੀ ਜਿਹੜੇ ਨਰ ਹੈ, ਦੋਨੋਂ ਹੀ ਜਿਹੜੇ ਇਹ ਰਾਜੇ ਹੈ, ਇਹ ਸਤਿਗੁਰਾਂ ਮਿਲਾ ਦਿੱਤੇ ਹੈ। ਸਭ ਕੇ ਸੁਨਤਿਓ ਬਾਕ ਅਲਾਏ। ਤੇ ਸਾਰਿਆਂ ਦੇ ਸੁਣਦਿਆਂ ਹੋਏ ਸਤਿਗੁਰੂ ਜੀ ਕਹਿਣ ਲੱਗੇ, ਤੁਮ ਦੋਨਹ ਭੂਪਤ ਬੁੱਧਵੰਤੇ। ਭਾਈ ਤੁਸੀਂ ਦੋਨੋਂ ਹੀ ਰਾਜੇ ਬੜੇ ਬੁੱਧੀਮਾਨ ਹੋ, ਦੋਨੋਂ ਹੀ ਰਾਜੇ ਤੁਸੀਂ ਬੜੇ ਸੂਝਵਾਨ ਸਿਆਣੇ ਹੋ। ਹਮ ਤੇ ਸੁਨਹ ਬਾਕ ਹਿਤਵੰਤੇ। ਤੇ ਆਪਣੇ ਹਿੱਤ ਵਾਲੇ ਵਾਕ ਸਾਡੇ ਕੋਲੋਂ ਸੁਣੋ। ਦੋਨੋਂ ਹੀ, ਦੋਨਾਂ ਦੇ ਹਿੱਤ ਵਾਲੇ ਸਾਡੇ ਬੋਲ ਹੈ। ਇਹੋ ਖੰਜਰ ਹਮ ਗੱਬ ਹੈ ਅਵਨੀ। ਇਹ ਜਿਹੜਾ ਖੰਜਰ ਹੈ ਕਾਮਰੂ ਨਰੇਸ਼ ਦਾ ਸਾਡੇ ਕੋਲ, ਅਸੀਂ ਹੁਣ ਇਹ ਸਰਹੱਦ ਤੇ ਅਵਨੀ ਦੇ ਵਿੱਚ ਧਰਤੀ ਵਿੱਚ ਗੱਡ ਦਿਆਂਗੇ। ਵਸਦੀ ਤਹਾਂ ਬਸਾਵਹਿ ਰਵਨੀ। ਤੇ ਰਵਣੀ ਸੁੰਦਰ ਉੱਥੇ ਅਸੀਂ ਵਸਤੀ ਵਸਾਵਾਂਗੇ, ਨਗਰ ਵਸਾਵਾਂਗੇ। ਹੱਦ ਕਰਹਿ ਦੁਹੇ ਰਾਜਨ ਕੇਰੀ। ਦੋਨਾਂ ਹੀ ਰਾਜਿਆਂ ਦੀ ਉੱਥੇ ਅਸੀਂ ਸਰਹੱਦ ਕਰ ਦਿਆਂਗੇ, ਸਰਹੱਦ ਬਣਾਵਾਂਗੇ। ਰਹਿ ਪਾਤਸ਼ਾਹੀ ਸੈਨ ਕਨੇਰੀ। ਇਹ ਪਾਤਸ਼ਾਹੀ ਸੈਨਾ ਉੱਥੇ ਰਿਹਾ ਕਰੇਗੀ। ਇਤ ਇਹ ਰਹਿ ਨਾ ਆਗੇ ਜਾਵੇ। ਇੱਧਰ ਇਹ ਕਾਮਰੂ ਨਰੇਸ਼ ਜਿਹੜਾ ਹੈ ਇਹ ਆਪਣੀ ਸਰਹੱਦ ਤੋਂ ਅੱਗੇ ਨਹੀਂ ਜਾਵੇਗਾ। ਇਹਦੀ ਸੈਨਾ ਜਿਹੜੀ ਹੈ ਉਹ ਦੂਸਰੇ ਦੇਸ਼ ਦੀਆਂ ਸਰਹੱਦਾਂ ਦਾ ਅਤੀਕਰਮਣ ਨਹੀਂ ਕਰੇਗੀ। ਨਹ ਵਿਰੋਧ ਕੋ ਬਾਹਰ ਉਠਾਵੇ। ਕਿਸੇ ਤਰ੍ਹਾਂ ਦਾ ਵਿਰੋਧ ਨਹੀਂ ਉਠਾਵੇਗਾ ਕਾਮਰੂਪ ਨਰੇਸ਼। ਪਾਤਸ਼ਾਹੀ ਕੀ ਚੌਂਕੀ ਰਹੈ। ਪਾਤਸ਼ਾਹ ਦੀ ਵੀ ਇੱਥੇ ਚੌਂਕੀ ਰਹੇਗੀ। ਔਰੰਗਜ਼ੇਬ ਦੀ ਅਥਵਾ ਬਿਸ਼ਨ ਸਿੰਘ ਦੀ। ਤਹ ਹਮ ਗ੍ਰਾਮ ਬਸਾਇਹ ਚਹੈ। ਤੇ ਸਰਹੱਦ ਤੇ ਜਿੱਥੇ ਚੌਂਕੀ ਬਣਨੀ ਆ ਅਸੀਂ ਉੱਥੇ ਨਗਰ ਵਸਾਇਆ ਚਾਹੁੰਦੇ ਹਾਂ। ਗ੍ਰਾਮ ਬਸਾਵਹਿ ਹੱਦ ਕੇ ਹੇਤ। ਹੱਦ ਦੇ ਵਾਸਤੇ ਕਿ ਸਰਹੱਦ ਬਣੀ ਰਵੇ, ਇੱਕ ਦੂਜੇ ਦੀਆਂ ਸਰਹੱਦਾਂ ਦਾ ਅਤੀਕਰਮਣ ਨਾ ਕੀਤਾ ਜਾਵੇ। ਇਸ ਵਾਸਤੇ ਹੱਦ ਦੇ ਵਾਸਤੇ ਅਸੀਂ ਇੱਥੇ ਨਗਰ ਵਸਾਉਣਾ ਚਾਹੁੰਦੇ ਹਾਂ। ਨਰੇਪਾਲ ਸੁਨ ਦੋਨਾ ਹਰਖ ਸਮੇਤ। ਦੋਨੋਂ ਹੀ ਰਾਜੇ ਸੁਣ ਕੇ ਬੜੇ ਖੁਸ਼ ਹੋਏ, ਬੜੇ ਪ੍ਰਸੰਨ ਹੋਏ। ਆਪਹੁ ਆਪਣੀ ਕਰ ਮਿਰਜਾਦਾ। ਆਪਣੀ ਆਪਣੀ ਭੂਮੀ ਦੀ ਮਰਜ਼ਾਦਾ ਬਣਾ ਲਈ ਹੈ, ਸੀਮਾ ਬਣਾ ਲਈ ਹੈ। ਦੋਹੇ ਦੇਸ਼ ਰਹਿ ਧਰੇ ਅਹਲਾਦਾ। ਤਾਂ ਕਿ ਦੋਨੋਂ ਹੀ ਤਰਫ ਅਹਿਲਾਦ ਖੁਸ਼ੀ ਪ੍ਰਸੰਨਤਾ ਨੂੰ ਧਾਰਨ ਕਰਕੇ ਰਹਿਣ।
ਤੇ ਇੱਕ ਦੂਜੇ ਦੀਆਂ ਸਰਹੱਦਾਂ ਤੇ ਅਤੀਕਰਮਣ ਨਾ ਕਰਨ। ਗੁਰ ਕੋ ਬਾਕ ਮਾਨ ਕਰਨੀਕਾ। ਸਤਿਗੁਰਾਂ ਦੇ ਬਚਨਾਂ ਨੂੰ ਦੋਨੋਂ ਹੀ ਰਾਜਿਆਂ ਨੇ ਨੀਕਾ ਨਾਮ ਚੰਗਾ ਕਰਕੇ ਸ੍ਰੇਸ਼ਟ ਕਰਕੇ ਮੰਨਿਆ। ਆਦਰ ਕਰਿਓ ਬਿਸ਼ਨ ਸਿੰਘ ਜੀ ਕਾ। ਤੇ ਫਿਰ ਕਾਮਰੂਪ ਨੇ ਆਪਣੇ ਘਰ ਵਿੱਚ ਦੇਸ਼ ਵਿੱਚ ਆਇਆ ਜਾਣ ਬਿਸ਼ਨ ਸਿੰਘ ਦਾ ਜ਼ਿਆਦਾ ਅਦਬ ਸਤਿਕਾਰ ਕੀਤਾ। ਤੇ ਇਹ ਨਿਯਮ ਵੀ ਹੈ, ਘਰ ਆਇਆ ਆਮਾ ਜਾਇਆ, ਜਿਹੜਾ ਆਪਣੇ ਕੋਲ ਆ ਜਾਂਦਾ ਉਹਦਾ ਅਦਬ ਸਤਿਕਾਰ ਕਰਨਾ ਵੀ ਬਣ ਆਉਂਦਾ। ਸੋ ਕਾਮਰੂਪ ਰਾਜੇ ਨੇ ਬਿਸ਼ਨ ਸਿੰਘ ਦਾ ਬੜਾ ਅਦਬ ਸਤਿਕਾਰ ਕੀਤਾ। ਕੰਚਨ ਬਸਤਰ ਤੁਰੰਗਮ ਦੀਨੇ। ਕੰਚਨ ਸੋਨੇ ਦੇ ਗਹਿਣੇ ਦਿੱਤੇ, ਬਸਤਰ ਦਿੱਤੇ, ਤੁਰੰਗਮ ਘੋੜੇ ਦਿੱਤੇ ਬਿਸ਼ਨ ਸਿੰਘ ਨੂੰ। ਦੇ ਕਰ ਧਨ ਸਨਮਾਨਤ ਕੀਨੇ। ਧਨ ਦੇ ਕੇ ਬੜਾ ਸਨਮਾਨ ਕੀਤਾ, ਆਦਰ ਕੀਤਾ। ਲੈ ਕਰ ਵਿਦਾ ਭਏ ਚੱਲ ਆਏ। ਫਿਰ ਵਿਦਾਇਗੀ ਲੈ ਕੇ ਚੱਲ ਕੇ ਵਾਪਸ ਆ ਗਏ। ਚੜ ਨੌਕਾ ਨਦ ਤੇ ਉਤਰਾਏ। ਬੇੜੀ ਤੇ ਅਸਵਾਰ ਹੋ ਕੇ ਤੇ ਉਰਾਰਲੇ ਕਿਨਾਰੇ ਫਿਰ ਆ ਉਤਰਨਾ ਕੀਤਾ। ਆਵਤ ਵਿਜੈ ਨਿਸ਼ਾਨ ਬਜਾਇਆ। ਤੇ ਆਉਂਦੇ ਬਿਸ਼ਨ ਸਿੰਘ ਨੇ ਵਿਜੈ ਦੇ ਨਗਾਰੇ ਵਜਾ ਦਿੱਤੇ। ਆਗਿਆ ਦੇ ਕੇ ਨਗਾਰਚੀਆਂ ਨੂੰ ਵਿਜੈ ਦੀਆਂ ਚੋਬਾਂ ਦੋਹਰੀਆਂ ਨਗਾਰਿਆਂ ਤੇ ਲਗਵਾ ਦਿੱਤੀਆਂ। ਤੋਪ ਤੁਪਕਾ ਸ਼ਲਖਾਂ ਛਡਵਾਇਆ। ਬੰਦੂਕਾਂ ਦੀਆਂ ਵੀ ਸ਼ਲਖਾਂ ਛਡਵਾਈਆਂ। ਇੱਕੇ ਵਾਰ 100 ਬੰਦੂਕ ਚਲਾਈ। ਤੋਪਾਂ ਦੀਆਂ ਵੀ ਸ਼ਲਖਾਂ ਛਡਵਾਈਆਂ। ਲਿਖਿਓ ਫਤਿਹਨਾਮਾ ਤਤਕਾਲ। ਫਿਰ ਤਤਕਾਲ ਸ਼ੀਘਰਤਾ ਦੇ ਨਾਲ ਫਤਿਹਨਾਮਾ ਲਿਖਿਆ ਬਿਸ਼ਨ ਸਿੰਘ ਨੇ। ਦਿੱਲੀ ਪਠਿਓ ਬੇਗ ਕੇ ਨਾਲ। ਬੜੀ ਬੇਗ ਰਫ਼ਤਾਰ ਦੇ ਨਾਲ ਦਿੱਲੀ ਵਿੱਚ ਭੇਜਿਆ। ਦੋਹਰਾ ਸ੍ਰੀ ਸਤਿਗੁਰ ਨਦ ਤੇ ਉਤਰ। ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦਰਿਆ ਤੋਂ ਪਾਰ ਉਤਰ ਕੇ ਆਏ ਦਮਦਮੇ ਥਾਨ। ਜਿੱਥੇ ਸਤਿਗੁਰਾਂ ਉੱਚੇ ਥਾਂ ਤੇ ਆਪਣਾ ਦਮਦਮਾ ਬਣਾਇਆ ਹੋਇਆ, ਉਸ ਦਮਦਮੇ ਸਥਾਨ ਤੇ ਪਾਤਸ਼ਾਹ ਆ ਗਏ। ਧਰਮਸਾਲ ਸੁੰਦਰ ਰਚੀ। ਅੱਗੇ ਫਿਰ ਸਤਿਗੁਰਾਂ ਨੇ ਉੱਥੇ ਧਰਮਸ਼ਾਲਾ ਵੀ ਬੜੀ ਸੁੰਦਰ ਰਚੀ ਹੈ, ਬਣਵਾਈ ਹੈ। ਮਿਲੇ ਸਿੱਖ ਗਨ ਆਨ। ਬਹੁਤ ਇਲਾਕੇ ਦੇ ਸਿੱਖ ਆ ਕੇ ਸਤਿਗੁਰਾਂ ਨੂੰ ਮਿਲਦੇ ਆ। ਚੌਪਈ ਯਹ ਤੋ ਬਨ ਕੋ ਬ੍ਰੇਸ਼ਾ ਟਿਕਾਇਆ ਹੋ। ਜਿੱਥੇ ਧੋਬਣ ਦਾ ਦਰਖਤ ਸਤਿਗੁਰਾਂ ਨੇ ਰੋਕ ਦਿੱਤਾ ਸੀ, ਜਿੱਥੋਂ ਫਿਰ ਹਿਲਾ ਨਹੀਂ ਸੀ ਪਾਈ ਧੋਬਣ। ਏਕ ਗ੍ਰਾਮ ਤਾ ਤਹਾਂ ਬਸਾਇਆ ਹੋ। ਇੱਕ ਨਗਰ ਤੇ ਸਤਿਗੁਰਾਂ ਉੱਥੇ ਵਸਾਇਆ, ਉਸ ਧੋਬਣ ਦੇ ਨਾਮ ਤੋਂ। ਅਪਰ ਥਾਨ ਖੰਜਰ ਜੋ ਲਹਿਓ। ਅਪਰ ਹੋਰ ਦੂਜੇ ਥਾਂ ਤੇ ਸਰਹੱਦ ਵਾਲੀ ਥਾਂ ਤੇ ਜਿੱਥੇ ਸਤਿਗੁਰਾਂ ਸਰਹੱਦ ਵੇਖੀ, ਸੀਮਾ ਵੇਖੀ ਹੈ, ਉੱਥੇ ਉਹ ਖੰਜਰ ਸਤਿਗੁਰਾਂ ਨੇ। ਅਵਨੀ ਬਿਖੈ ਗਾਟ ਸੋ ਦਇਓ। ਅਵਨੀ ਭੂਮੀ ਦੇ ਵਿੱਚ ਉਹ ਖੰਜਰ ਗੱਡ ਦਿੱਤਾ। ਤਹ ਇੱਕ ਗ੍ਰਾਮ ਬਸਾਇਓ ਭਾਰੀ। ਉੱਥੇ ਇੱਕ ਬਹੁਤ ਭਾਰੀ ਵੱਡਾ ਨਗਰ ਜਿਹੜਾ ਉਹ ਵਸਾਇਆ ਸਤਿਗੁਰਾਂ ਨੇ। ਖੰਜਰ ਤਾਂ ਕੋ ਨਾਮ ਉਚਾਰੀ। ਉਸ ਨਗਰ ਦਾ ਨਾਮ ਖੰਜਰ ਨਗਰ ਕਰਕੇ ਪ੍ਰਸਿੱਧ ਹੋਇਆ। ਇਹ ਵੀ ਸਤਿਗੁਰਾਂ ਨੇ ਬਹੁਤ ਵੱਡਾ ਨਗਰ ਵਸਾਇਆ। ਪਾਤਸ਼ਾਹੀ ਕੀ ਕੇਤਕ ਸੈਨਾ। ਫਿਰ ਪਾਤਸ਼ਾਹ ਦੀ ਕਿੰਨੀ ਕੁ ਸੈਨਾ ਜਿਹੜੀ ਹੈ, ਤਹਾਂ ਟਿਕਾਵਨ ਕੀਨ ਸੁਖੈਨਾ। ਤੇ ਸੁਖੈ ਨੀ ਤਹਾਂ ਟਿਕਾਵਨ ਕੀ।
ਉੱਥੇ ਟਿਕਾ ਦਿੱਤੀ ਸਰਹੱਦ ਤੇ। ਪਾਤਸ਼ਾਹ ਦੀ ਸੈਨਾ ਜਿਹੜੀ ਕਿੰਨੀ ਕੁ ਸਰਹੱਦ ਤੇ ਜਿਹੜੀ ਉਹ ਰੋਕ ਦਿੱਤੀ ਹੈ। ਹੱਦ ਕਰੀ ਦੋਏ ਰਾਜਨ ਕੇਰੀ, ਦੋਨੋਂ ਹੀ ਰਾਜਾਂ ਦੀ ਸਰਹੱਦ ਸੀਮਾ ਉਲੀਕ ਦਿੱਤੀ ਹੈ। ਜਿਸ ਤੇ ਉਠੈ ਵਿਰੋਧ ਨਾ ਫੇਰੀ, ਜਿਸ ਕਰਕੇ ਫਿਰ ਮੁੜ ਕੇ ਦੁਬਾਰਾ ਵਿਰੋਧ ਨਾ ਉੱਠੇ। ਦੋਹੇ ਦੇਸ਼ ਕੋ ਕਰ ਹਰਖ ਸਮੇਤਾ, ਦੋਨੋਂ ਹੀ ਤਰਫ ਬੜੀ ਖੁਸ਼ੀ ਹੋਈ ਹੈ। ਦੋਨੋਂ ਹੀ ਤਰਫ ਜਿਹੜਾ ਹੈ ਉਹ ਬੜਾ ਪ੍ਰਸੰਨਤਾ ਹੋਈ ਹੈ। ਆਪ ਆਪਣੇ ਰਾਜ ਸੁਚੇਤਾ, ਆਪੋ ਆਪਣੇ ਰਾਜ්य ਸੁਚੇਤ ਸੁਤੰਤਰ ਤੇ ਸੁਖੀ ਵਸਦੇ ਪਾਏ ਹੈ। ਦੇਸ਼ ਕਾਮਰੂ ਕੇਰਾ ਬਰੋਬਰ, ਤੇ ਕਾਮਰੂ ਦੇਸ਼ ਦੇ ਬਰਾਬਰ। ਅਪਰ ਰਾਜ ਇਕ ਤਹਾਂ ਹੁਤੋ ਬਰ, ਉੱਥੇ ਕੋ ਹੋਰ ਬਰ ਨਾਮ ਸ੍ਰੇਸ਼ਟ ਰਾਜਾ ਸੀ। ਕਾਮਰੂਪ ਦੇਸ਼ ਰਾਜੇ ਦੀ ਨਿਆਈ। ਰਾਜਾ ਰਾਮ ਨਰੇਸ਼ਵਰ ਨਾਮ, ਜਿਸ ਰਾਜੇ ਦਾ ਨਾਮ ਰਾਜਾ ਰਾਮ ਸੀ। ਪੁੱਤਰ ਨਾ ਉਪਜਿਓ ਤਿਸ ਕੇ ਧਾਮ, ਉਹਦੇ ਘਰ ਵਿੱਚ ਪੁੱਤਰ ਨਹੀਂ ਸੀ ਪੈਦਾ ਹੋ ਰਿਹਾ। ਰਾਜਾ ਰਾਮ ਦੇ ਘਰੇ ਸੰਤਾਨ ਨਹੀਂ ਸੀ ਪ੍ਰਾਪਤ ਹੋ ਰਹੀ। ਕਰ ਉਪਚਾਰ ਹਾਰ ਕਰ ਰਹਿਓ, ਤੇ ਉਪਚਾਰ ਯਤਨ ਕਰਕੇ ਹਾਰ ਗਿਆ, ਹੰਬ ਗਿਆ ਰਾਮ ਸਿੰਘ ਨਰੇਸ਼, ਜਿਹਦੇ ਘਰੇ ਸੰਤਾਨ ਨਹੀਂ ਪ੍ਰਾਪਤੀ ਹੋਈ। ਕਿਹੜਾ ਥਾਂ ਨਹੀਂ ਛੱਡਿਆ, ਸਭ ਥਾਵਾਂ ਤੇ ਜਾ ਕੇ ਗਿੜਗਿੜਾਇਆ ਤੇ ਪੁੱਤਰ ਦੀ ਮੰਗ ਕੀਤੀ, ਕਿੰਤੂ ਕਿਤੋਂ ਵੀ ਪੁੱਤਰ ਨਹੀਂ ਮਿਲਿਆ। ਕਿਸ ਬਿਦ ਤੇ ਨਹਿ ਨੰਦਨ ਲਹਿਓ, ਕਿਸੇ ਵੀ ਵਿਧੀ ਨਾਲ, ਕਿਸੇ ਵੀ ਢੰਗ ਤਰੀਕੇ ਦੇ ਨਾਲ ਪੁੱਤਰ ਪ੍ਰਾਪਤ ਨਹੀਂ ਹੋਇਆ। ਸ੍ਰੀ ਗੁਰ ਤੇਗ ਬਹਾਦਰ ਪੂਰੇ, ਤੇ ਪੂਰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਇਨ ਕੋ ਫੈਲਿਓ ਜਸ ਬਹਰੂਰੇ, ਇਹਨਾਂ ਦਾ ਬੜੇ ਰੂਰੇ ਨਾਮ ਸੁੰਦਰ ਜਸ ਫੈਲਿਆ ਹੋਇਆ ਹੈ। ਕੇਤਕ ਬਰਖਾ ਬਿਤੇ ਇਸ ਥਾਨ, ਕਿਉਂਕਿ ਸਤਿਗੁਰਾਂ ਨੂੰ ਕਿੰਨੇ ਕੁ ਸਾਲ ਵੀ ਹੋ ਗਏ ਇੱਧਰਲੇ ਇਲਾਕੇ ਵਿੱਚ ਆਇਆ ਹੋਇਆ ਨੂੰ। ਇਸ ਵਾਸਤੇ ਗੁਰਾਂ ਦੀ ਬੜੀ ਕੀਰਤੀ ਜਸ ਫੈਲ ਗਿਆ। ਜਾਂ ਤੇ ਜਸ ਤਹ ਬਿਦਤ ਮਹਾਨ, ਮਹਾਨ ਤੋਂ ਵੀ ਮਹਾਨ, ਵੱਡਿਆਂ ਤੋਂ ਵੀ ਵੱਡਾ ਜਸ ਫੈਲ ਗਿਆ। ਲਗ ਦੀਰਗ ਬਹੁ ਕਰਹਿ ਉਚਾਰਨ, ਲਗ ਛੋਟੇ ਦੀਰਘ ਵੱਡੇ, ਧਨਾੜ ਨਿਰਧਨ ਲੋਕ, ਗੁਣਵਾਨ ਨਿਰਗੁਣ ਲੋਕ, ਹਰ ਕੋਈ ਗੁਰਾਂ ਦੇ ਗੁਣ ਗਾਉਂਦਾ, ਸਤਿਗੁਰਾਂ ਦੀ ਕੀਰਤੀ ਜਸ ਗਾਉਂਦਾ। ਸ੍ਰੀ ਗੁਰ ਦੇਤਾ ਕਾਮਨਾ ਸਾਰਨ, ਤੇ ਸਤਿਗੁਰੂ ਜੀ ਸਾਰਿਆਂ ਨੂੰ ਮਨ ਦੀਆਂ ਕਾਮਨਾਵਾਂ ਦਿੰਦੇ ਐ, ਭਾਵ ਸਾਰਿਆਂ ਦੀਆਂ ਮਨ ਦੀਆਂ ਮੁਰਾਦਾਂ ਪੂਰੀਆਂ ਕਰਦੇ ਐ। ਹੋਏ ਸੇਵਕ ਜੋ ਸੇਵਾ ਕਰ, ਜਿਹੜਾ ਸੇਵਕ ਬਣ ਕੇ ਸੇਵਾ ਕਰਦਾ ਹੈ, ਹਿਰਦੇ ਕਾਮਨਾ ਸ਼ਰਧਾ ਧਰ, ਹਿਰਦੇ ਅੰਦਰ ਕਿਸੇ ਪ੍ਰਕਾਰ ਦੀ ਕਾਮਨਾ ਤੇ ਮਨ ਵਿੱਚ ਸ਼ਰਧਾ ਧਾਰਨ ਕਰਦਾ ਹੈ। ਮਨ ਬਾਸ਼ਤ ਪਾਵੈ ਤਤਕਾਲਾ, ਫਿਰ ਮਨ ਬਾਸ਼ਤ ਮਨੋ ਚਾਹਿਆ ਫਲ ਤਤਕਾਲ ਹੀ ਪ੍ਰਾਪਤ ਕਰ ਲੈਂਦਾ ਹੈ। ਰਹਿ ਬਾਕ ਜਿਨ ਕੀਰ ਉਤਾਲਾ, ਜਿਨ੍ਹਾਂ ਸਤਿਗੁਰਾਂ ਦੇ ਬਚਨ ਬੜੀ ਉਤਾਵਲਤਾ ਨਾਲ ਫੁਰਦੇ ਆ, ਪੂਰੇ ਹੁੰਦੇ ਆ। ਅਨਕ ਨਰਨ ਪੁੱਤਰਨ ਬਰ ਪਾਵਾ, ਫਿਰ ਅਨਕ ਨਰਨ ਅਨੇਕਾਂ ਮਨੁੱਖਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲੋਂ ਪੁੱਤਰ ਦਾ ਵਰਦਾਨ ਪ੍ਰਾਪਤ ਕੀਤਾ ਹੈ। ਐਸਾ ਰਾਜੇ ਰਾਮ ਨੇ ਸੁਣਿਆ। ਕਿਨ ਸੇਵਤ ਬਾਪ ਰੋਗ ਮਿਟਾਵਾ, ਤੇ ਕਈਆਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸੇਵਾ ਕੀਤੀ ਤੇ ਸਤਿਗੁਰਾਂ ਦੀ ਸੇਵਾ ਦੇ ਫਲ ਸਰੂਪ ਹੀ ਸਰੀਰ ਦਾ ਸਾਰਾ ਰੋਗ ਮਿਟ ਗਿਆ।
ਹੁਤੇਦਾਰ ਦੀ ਬਿਨੈ ਕਰਨ ਤੇ। ਜਿਹੜੇ ਦਾਰਦੀ ਦਰਿਦਰ ਗਰੀਬ ਲੋਕ ਬੇਨਤੀਆਂ ਕਰਦੇ ਸਨ, ਸੋ ਧਨਾੜ ਹੋਏ ਸੁਖਵੰਤੇ। ਕਿਰਪਾ ਦੇ ਨਾਲ ਧਨਾੜ ਹੋ ਗਏ ਤੇ ਸੁਖਵੰਤੇ, ਸੁੱਖਾਂ ਨੂੰ ਮੰਨਣ ਵਾਲੇ ਹੋ ਗਏ। ਜੋ ਅਨਜਾਨ ਅਨਾਦਰ ਕਰੈ। ਜਿਹੜਾ ਵੀ ਅਣਜਾਣਪਣੇ ਵਿੱਚ ਅਨਾਦਰ ਕਰਦਾ, ਇਹ ਤਤਕਾਲ ਆਪਦਾ ਪਰੈ। ਉਹਦੇ ਤੇ ਫਿਰ ਤਤਕਾਲ ਹੀ ਵਿਪਤਾ ਪੈ ਜਾਂਦੀ ਹੈ। ਜਿਹੜਾ ਅਣਜਾਣਪਣੇ ਵਿੱਚ ਵੀ ਸਤਿਗੁਰਾਂ ਦਾ ਨਿਰਾਦਰ ਕਰਦਾ ਹੈ ਤੇ ਤਤਕਾਲ ਆਪਦਾ ਪਰ, ਉਹਦੇ ਉੱਪਰ ਤਤਕਾਲ ਬਹੁਤ ਛੇਤੀ ਆਪਦਾ ਵਿਪਤਾ ਪੈ ਜਾਂਦੀ ਹੈ। ਨਿਕਸਹਿ ਬਾਕ ਬਦਨ ਤੇ ਜੈਸੇ। ਜਿਸ ਤਰ੍ਹਾਂ ਮੁਖ ਤੋਂ ਵਚਨ ਨਿਕਲਦੇ ਐ, ਬਿਨਾ ਬਿਲਮ ਫੁਰ ਬਨ ਹੈ ਤੈਸੇ। ਬਿਨਾਂ ਦੇਰੀ ਤੋਂ ਉਸੇ ਤਰ੍ਹਾਂ ਹੀ ਸਫੁਰਨ ਹੋ ਜਾਂਦੇ ਤੇ ਉਸੇ ਤਰ੍ਹਾਂ ਬਣ ਜਾਂਦੇ ਐ। ਲੋਕ ਸੈਂਕੜੇ ਆਏ ਸਮੀਪ। ਸੈਂਕੜੇ ਲੋਕ ਸਤਿਗੁਰਾਂ ਦੇ ਸਮੀਪ ਆਉਂਦੇ ਐ, ਕੋਲ ਆਉਂਦੇ ਐ। ਹੋਏ ਬਾਕ ਤੇ ਰੰਕ ਮਹੀਪ। ਜਿਹੜਾ ਕੋਈ ਆਉਂਦਾ, ਰੰਕ ਆਉਂਦਾ, ਨਿਰਧਨ ਗਰੀਬ ਆਉਂਦਾ, ਗੁਰਾਂ ਦੇ ਵਚਨਾਂ ਸਦਕਾ ਹੀ ਉਹ ਰਾਜਾ, ਸਮਰਾਟ, ਚੱਕਰਵਰਤੀ ਬਣ ਜਾਂਦਾ। ਭੈ ਵਿਆਪਿਓ ਤਿਸ ਦੇਸ਼ ਮਝਾਰੇ। ਭੈ ਵਿਆਪਿਓ ਤੋਂ ਭਾਵ ਇਹ ਜਿਹੜਾ ਮਨਮੁਖਤਾਈ ਵਾਲਾ ਭੈ ਨਹੀਂ ਹੈ। ਭੈ ਵਿਆਪਿਓ ਨਾਮ ਮਨ ਦੇ ਵਿੱਚ ਉਸ ਵਾਹਿਗੁਰੂ ਦਾ ਭੈ ਤਥਾ ਸਤਿਗੁਰਾਂ ਦਾ ਭੈ ਵਿਆਪਿਆ ਹੈ। ਆਦਰ ਆਵਹਿ ਸਿੱਖੀ ਧਾਰੇ। ਆਦਰ ਦੇ ਨਾਲ ਆਉਂਦੇ ਆ, ਗੁਰਸਿੱਖ ਗੁਰਾਂ ਦੀ ਸਿੱਖੀ ਨੂੰ ਧਾਰਨ ਕਰਦੇ ਆ। ਤੇ ਸੰਦ੍ਰਿਪ ਕੀ ਰਾਣੀ ਨੇ ਸੁਨਿਓ। ਜਦੋਂ ਰਾਜੇ ਦੀ ਰਾਣੀ ਨੇ ਸੁਣਿਆ, ਜਿਹੜਾ ਰਾਜਾ ਰਾਮ ਹੈ, ਇਸ ਰਾਜੇ ਰਾਮ ਦੀ ਰਾਣੀ ਨੇ ਸੁਣਿਆ, ਬਹੁ ਤਨ ਜਾਏ ਗੁਰੂ ਜਸ ਭਨਿਓ। ਅਤੇ ਸਤਿਗੁਰਾਂ ਦਾ ਉਜਵਲ ਜਸ ਕਥਨ ਕਰਨਾ ਕੀਤਾ, ਸਤਿਗੁਰਾਂ ਦੀ ਉਜਵਲ ਕੀਰਤੀ ਗਾਇਨ ਕਰਨਾ ਕੀਤੀ ਹੈ। ਪੁੱਤਰ ਕਾਮਨਾ ਵਾਨ ਮਹਾਨੀ। ਤੇ ਜਿਹੜੀ ਪੁੱਤਰ ਕਾਮਨਾ ਵਾਲੀ ਹੈ, ਕਿਉਂਕਿ ਪੁੱਤਰ ਦੀ ਪ੍ਰਾਪਤੀ ਵਾਸਤੇ, ਆਪਣੀ ਕੁੱਖ ਭਰਨ ਵਾਸਤੇ ਕਿਹੜਾ ਯਤਨ ਨਹੀਂ ਕਰਦੀ ਸੀ। ਉਹ ਜਿਹੜੀ ਰਾਜੇ ਦੀ ਰਾਣੀ ਹੈ, ਇਹਦੇ ਮਨ ਦੇ ਵਿੱਚ ਤੀਬਰ ਇੱਛਾ ਹੈ ਕਿ ਮੇਰੀ ਕੋਖ ਵੀ ਹਰੀ ਭਰੀ ਹੋਵੇ। ਨਿਸਬਾਸੁਰ ਚਿਤਵਤ ਦੁਖ ਸਾਨੀ। ਦਿਨ ਰਾਤ ਚਿਤਵਦੀ ਹੈ, ਦੁੱਖਾਂ ਵਿੱਚ ਭਿੱਜੀ ਰਹਿੰਦੀ ਹੈ ਕਿ ਸੰਤਾਨ ਕਦੋਂ ਹੋਵੇਗੀ, ਹੋ ਨਹੀਂ ਰਹੀ। ਖਾਨ ਪਾਨ ਪਹਿਰਨ ਅਰ ਦੇਣਾ। ਖਾਣਾ ਪੀਣਾ ਪਹਿਨਣਾ ਅਤੇ ਦੇਣਾ। ਜਿਸ ਮਨ ਰੁਚਹਿ ਨਹੀਂ ਸੁਖ ਲੈਣਾ। ਤੇ ਇਹ ਸਭ ਕੁਝ ਦਿੰਦੀ ਹੈ, ਪਰੰਤੂ ਮਨ ਦੇ ਵਿੱਚ ਸੁਖ ਲੈਣਾ ਜਿਹਦੇ ਵਿੱਚ ਰੁਚੀ ਨਹੀਂ, ਭਾਵ ਜਿਹਨੂੰ ਸੁਖ ਪ੍ਰਾਪਤ ਨਹੀਂ ਹੋ ਰਿਹਾ। ਗੁਰ ਜਸ ਸੁਨਤਾ ਪ੍ਰਫੁੱਲਿਤ ਭਈ। ਸਤਿਗੁਰਾਂ ਦਾ ਉਜਵਲ ਜਸ ਕਰਨੀ ਪਿਆ ਤੇ ਮਨ ਵਿੱਚ ਬੜੀ ਪ੍ਰਸੰਨਤਾ ਹੋਈ, ਖੁਸ਼ੀ ਹੋਈ। ਮਨ ਦੇ ਵਿੱਚ ਬਹੁਤ ਜਿਹੜੀ ਹੈ ਉਹ ਪ੍ਰਸੰਨਤਾ ਹੋਈ ਹੈ। ਗਿਆਨ ਸੁਤ ਸਹਿਤ ਆਪ ਹੋਏ ਗਈ। ਮਾਨੋ ਕਿ ਜਿਵੇਂ ਆਪ ਪੁੱਤਰ ਸੰਯੁਗਤੀ ਹੋ ਗਈ ਹੋਵੇ। ਗੁਰਾਂ ਦੀ ਮਹਿਮਾ ਸੁਣੀ ਤੇ ਆਪਣੇ ਆਪ ਨੂੰ ਲੱਗਦੀ ਹੈ ਕਿ ਗੁਰਾਂ ਮੈਨੂੰ ਅਵਸ਼ ਪੁੱਤਰ ਦੇ ਦੇਣਾ, ਤੇ ਮਾਨੋ ਪੁੱਤਰ ਜਿਵੇਂ ਪ੍ਰਾਪਤ ਹੋ ਹੀ ਗਿਆ ਹੋਵੇ, ਇਉਂ ਖੁਸ਼ ਹੋਈ ਹੈ ਮਹਿਮਾ ਸੁਣ ਕੇ। ਨਿਸਾ ਭਈ ਰਾਜਾ ਢਿਗ ਆਇਓ। ਰਾਤ ਪਈ ਤੇ ਰਾਜਾ ਰਾਮ ਕੋਲ ਆਇਆ। ਨੇਤਰ ਨੀਰ ਭਰ ਤਿਸਹਿ ਸੁਨਾਇਓ। ਨੇਤਰਾਂ ਵਿੱਚ ਜਲ ਭਰ ਕੇ ਤੇ ਰਾਜੇ ਰਾਮ ਦੀ ਸੁਪਤਨੀ ਕਹਿਣ ਲੱਗੀ, ਰਾਜ ਸਾਜ ਧਨ ਧਾਮ ਭੰਡਾਰੇ। ਘਰ ਵਿੱਚ ਰਾਜ ਸਾਜੋ ਸਮਾਨ, ਧਨ ਘਰ ਭੰਡਾਰੇ ਭਰੇ ਹੈ, ਗਿਣਤੀ ਮਿੰਤੀ ਨਹੀਂ ਹੈ।
ਸਭ ਫੀਕੇ ਬਿਨ ਪੁੱਤਰ ਹਮਾਰੇ। ਤੂੰ ਜਿੰਨਾ ਚਿਰ ਘਰੇ ਪੁੱਤਰ ਨਹੀਂ ਪ੍ਰਾਪਤ ਹੋ ਰਿਹਾ, ਇਹ ਸਾਰੇ ਫਿੱਕੇ ਹੀ ਹੈ। ਨਹੀਂ ਤਿਲਾਂਜੁਲਾ ਹਿਤ ਭੀ ਕੋ। ਕੋਈ ਸਾਡੀ ਤਲਾਂਜਲੀ ਦੇਣ ਵਾਲਾ ਵੀ ਨਹੀਂ ਹੈ। ਬਿਨਾ ਪੁੱਤਰ ਤੇ ਅਵਗਤ ਦੋ। ਐਸਾ ਪ੍ਰਾਣਾ ਵਿੱਚ ਕਥਨ ਪੁੱਤਰ ਤੋਂ ਬਿਨਾ ਅਵਗਤੀ ਨੂੰ ਜਾਂਦੇ ਹੈ। ਦੋਨੋਂ ਹੀ ਮਾਤਾ ਪਿਤਾ ਹੀ। ਕਰ ਕਰ ਹਾਰੇ ਬਹੁਤ ਉਪਾਏ। ਬੜੇ ਉਪਾਅ ਯਤਨ ਕਰਕੇ ਹਾਰ ਗਏ ਆ। ਨਹੀਂ ਪੁੱਤਰ ਕੋ ਕਿਸ ਤੇ ਪਾਏ। ਕਿਸੇ ਦੇ ਕੋਲੋਂ ਵੀ ਪੁੱਤਰ ਜਿਹੜਾ ਉਹ ਪ੍ਰਾਪਤ ਨਹੀਂ ਹੁੰਦਾ। ਰਾਜੇ ਰਾਮ ਦੀ ਪਤਨੀ ਕਹਿ ਰਹੀ ਹੈ ਕਿ ਆਪਾਂ ਹਰ ਸੰਭਵ ਯਤਨ ਕੀਤੇ, ਕਿਤੋਂ ਵੀ ਪੁੱਤਰ ਨਹੀਂ ਮਿਲਿਆ। ਪੂਜੇ ਨਰਕ ਤਰਾਵੈ ਜੋ। ਅਤੇ ਪੂਜੇ ਨਰਕ ਤਰਾਵੈ ਜੋ। ਪੂ ਆਦ ਜਿਹੜੇ ਨਰਕ ਹੈ, ਇਹਨਾਂ ਨਰਕਾਂ ਤੋਂ ਜਿਹੜਾ ਪਾਰ ਕਰ ਦੇਣ ਵਾਲਾ ਪੁੱਤਰ ਹੈ। ਪੁੱਤਰ ਨਾਮ ਕੋ ਅਰਥ ਹੈ ਸੋ। ਪੁੱਤਰ ਨਾਮ ਦਾ ਅਰਥ ਹੈ, ਲਾਭ ਹੈ, ਜਿਹਦੇ ਦੁਆਰਾ, ਜਿਸ ਪੁੱਤਰ ਦੁਆਰਾ ਪੂ ਆਦ ਨਰਕਾਂ ਤੋਂ ਰੱਖਿਆ ਹੁੰਦੀ ਹੈ। ਕੌਣ ਇਸ ਜਗ ਕੇ ਸੁਖ ਉਪਜਾਵੈ। ਫਿਰ ਪੁੱਤਰ ਜਿੱਥੇ ਪਰਲੋਕ ਦੀ ਵੀ ਕਲਿਆਣ ਗਤੀ ਕਰਵਾਉਂਦਾ ਹੈ, ਉੱਥੇ ਪੁੱਤਰ ਇਸ ਜਗ ਦੇ ਸਾਰੇ ਸੁਖ ਪ੍ਰਾਪਤ ਕਰਵਾਉਂਦਾ ਹੈ। ਪਰੰਪਰਾ ਕੋਲਾ ਆਪਨ ਬੰਧਾਵੈ। ਆਪਣੀ ਪਰੰਪਰਾ, ਆਪਣੀ ਕੁਲ ਨੂੰ ਫਿਰ ਪੁੱਤਰ ਵਧਾਉਂਦਾ ਹੈ। ਰਾਜ ਸੰਭਾਲਾ ਹੈ ਹਮ ਪਛਤਾਤੀ। ਫਿਰ ਸਾਡੇ ਤੋਂ ਮਗਰੋਂ ਜਿਹੜਾ ਰਾਜ ਵੀ ਸੰਭਾਲ ਲਵੇਗਾ। ਦੇਖ ਸਿਰਾਤੀ ਲੋਚਨ ਛਾਤੀ। ਦੇਖ ਸਿਰਾਤੀ, ਸਿਰਾਤੀ ਨਾਮ ਠਰਦੀ ਹੈ, ਲੋਚਨ ਛਾਤੀ ਭਾਵ ਪੁੱਤਰ ਨੂੰ ਵੇਖ ਕੇ ਹਿਰਦਾ ਠਰ ਜਾਂਦਾ, ਸ਼ੀਤਲ ਹੋ ਜਾਂਦਾ ਹੈ। ਸੋ ਹਮਕੋ ਸੁਖ ਨਾਹੀ ਨਾ ਹੋਵਾ। ਉਹ ਪੁੱਤਰ ਦਾ ਸੁਖ, ਸੰਤਾਨ ਦਾ ਸੁਖ ਸਾਨੂੰ ਪ੍ਰਾਪਤ ਹੀ ਨਹੀਂ ਹੋਇਆ। ਅਨਕ ਉਪਾਇ ਨ ਕੋ ਕਰ ਜੋਵਾ। ਉਪਾਅ ਯਤਨ ਕਰਕੇ ਵੇਖ ਲਿਆ। ਸੋ ਇਹ ਸੁਆਮੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬੜੀ ਮਹਿਮਾ ਸੁਣੀ ਹੈ, ਤੇ ਕਿਉਂ ਨਾ ਆਪਾਂ ਉਹਨਾਂ ਦੀ ਸ਼ਰਨ ਵਿੱਚ ਜਾ ਕੇ ਤੇ ਸੰਤਾਨ ਦੀ ਮੰਗ ਕਰੀਏ, ਬੇਨਤੀ ਕਰੀਏ। ਇਉਂ ਰਾਜਾ ਰਾਮ ਦੀ ਸੁਪਤਨੀ, ਜਿਹਦੇ ਮਨ ਦੇ ਵਿੱਚ ਆਪਣੀ ਕੁੱਖ ਨੂੰ ਹਰਿਆਂ ਭਰਿਆਂ ਕਰਨ ਦੀ ਤੀਬਰ ਇੱਛਾ ਹੈ, ਆਪਣੇ ਪਤੀ ਨੂੰ ਇਕਾਂਤ ਵਿੱਚ ਬੈਠੀ ਕਹਿ ਰਹੀ ਹੈ ਕਿ ਆਪਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਰਨ ਵਿੱਚੋਂ ਸੰਤਾਨ ਦੀ ਦਾਤ ਜਿਹੜੀ ਹੈ ਇਹ ਪ੍ਰਾਪਤ ਕਰੀਏ। ਸੋ ਸਾਧ ਸੰਗਤ ਕਥਾ ਵਿਚਾਰ ਦੀ ਸਮਾਪਤੀ ਕਰਦੇ ਹਾਂ। ਤੁਛ ਬੁੱਧੀ ਦਾਸਾਂ ਦੀ ਸੁਭਾਵਕ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ, ਸੰਗਤ ਬਖਸ਼ਣ ਜੋ ਕਿਰਪਾ ਕਰਕੇ ਬਖਸ਼ ਲੈਣਾ। ਧੰਨ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸ੍ਰੇਸ਼ਟ ਮਤ ਦੇਣ ਵਾਲੇ ਹਨ। ਅੱਗੇ ਵਾਸਤੇ ਸੁਧ ਕਥਾ ਵਿਚਾਰ ਕਰਨ ਦੀ ਬੁੱਧੀ ਬਖਸ਼ਣ। ਸਭ ਹੀ ਸੰਗਤਾਂ ਦੇ ਲੋਕ ਸੁਖੀਏ ਪਰਲੋਕ ਸੁਹੇਲੇ ਕਰਨ। ਸੋ ਹਮਕੋ ਸੁਖ ਨਾਹੀ ਨ ਹੋਵਾ। ਅਨਕ ਉਪਾਇ ਨ ਕੋ ਕਰ ਜੋਵਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਤੁ ਪਾਰ ਬ੍ਰਹਮ ਅਬਿਨਾਸੀ ਅਬਿਨਾਸੀ ਪੂਰਨੇ ਸਰਬਮੈ ਦੁਖ ਭੰਜਨ ਗੁਣਤਾਸ। ਹੇ ਸੰਗੀ ਹੈ ਨਿਰੰਕਾਰ, ਹੈ ਨਿਰਗੁਣ ਸਭ ਟੇਕ। ਹੈ ਗੋਬਿੰਦ ਹੈ ਗੁਣ ਨਿਧਾਨ, ਜਾ ਕੈ ਸਦਾ ਵਿਵੇਕ। ਹੇ ਪਰੰਪਰਾ ਹਰੇ ਹੈ ਪੀ ਹੋਵਨ ਹਾਰ, ਹੈ ਸੰਤ ਕੈ ਸਦਾ ਸੰਗ। ਨਿਧਾਰਾ ਆਧਾਰ, ਹੈ ਠਾਕੁਰ ਦਾਸ ਰੂ। ਮੈਂ ਨਿਰਗੁਣ ਗੁਣ ਨਹੀਂ ਕੋਏ, ਦੀਜਾ ਨਾਮ ਦਾਨ ਰਾਖੋ ਹਿਆ ਪਰੋਏ। ਆਏ ਪ੍ਰਭੂ ਸਰਣਾਗਤੀ, ਕਿਰਪਾ ਨਿਤ ਦਇਆਲ। ਏਕ ਅਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜੈ ਚੜੇ ਸੁਤਰ ਪਾਰ, ਜੋ ਸ਼ਰਧਾ ਕਰ ਸੇਮ ਦੇ। ਵਾਹਿਗੁਰੂ ਪਾਰੇ ਉਤਾਰਨ ਹਾਰ, ਜੋ ਸ਼ਰਧਾ ਕਰ ਸੇਮ ਦੇ। ਵਾਹਿਗੁਰੂ ਪਾਰੇ ਉਤਾਰਨ ਹਾਰ। ਤਿਤ ਕਰਕ ਜਾਵੇ, ਭਗਤ ਪਾਵੇ ਨਿਹਾਲ ਹੋ ਜਾਵੇ। ਸਤਿ ਸ੍ਰੀ ਅਕਾਲ। ਗੁਰ
ਅਕਾਲ ਦੇਵ ਤੇਗ ਫਤਿਹ ਗੁਰੂ ਖਾਲਸੇ ਦੀ ਹਰਮਦਾਨ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।